संतां के कारज आप खलोया, संतां के कारज हर कम करावण आया राम। श्री वाहिगुरु जी का खालसा, श्री वाहिगुरु जी की फतेह। परख खजाने पाइए ਸੇ ਬਹੁੜ ਨਾ ਖੋਟਿਆ। ਸੰਸਾਰ ਵਿੱਚ ਗੁਰੂਆਂ ਤੇ ਚੇਲਿਆਂ ਨਾਲ ਹੀ ਇਤਿਹਾਸ ਬਣਦਾ ਹੈ। ਗੁਰੂ ਆਪਣੇ ਚੇਲਿਆਂ ਨੂੰ ਪੜ੍ਹਾਉਂਦਾ ਹੈ, ਫਿਰ ਉਹਨਾਂ ਦੀ ਪ੍ਰੀਖਿਆ ਵੀ ਕਰਦਾ ਹੈ। ਜਿਵੇਂ ਸਕੂਲ ਦਾ ਅਧਿਆਪਕ ਪਹਿਲਾਂ ਬੱਚਿਆਂ ਨੂੰ ਪੜ੍ਹਾਉਂਦਾ ਹੈ, ਫਿਰ ਇਮਤਿਹਾਨ ਲੈਂਦਾ ਹੈ। ਇਸ ਤਰ੍ਹਾਂ ਦੁਨੀਆ ਵਿੱਚ ਜੋ ਵੀ ਮਹਾਂਪੁਰਖ ਆਏ ਹਨ, ਉਹ ਆਪਣੇ ਸਿੱਸਾਂ ਦੀ ਪ੍ਰੀਖਿਆ ਕਰਦੇ ਹਨ। ਪਹਿਲਾਂ ਪੜ੍ਹਾਉਂਦੇ ਹਨ, ਫਿਰ ਚੋਟਾਂ ਮਾਰਦੇ ਹਨ, ਆਖਰ ਹੇਠਾਂ ਹੱਥ ਵੀ ਰੱਖਦੇ ਹਨ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਜਾ ਓਏ ਲੈਣਿਆ ਮੁਰਦਾ ਖਾ। ਪਰ ਜਦੋਂ ਲਹਿਣਾ ਜੀ ਖਾਣ ਨੂੰ ਗਏ, ਅੱਗੇ ਹੱਥ ਰੱਖ ਦਿੱਤਾ ਕਿ ਕੜਾਹ ਪ੍ਰਸ਼ਾਦ ਪਿਆ ਹੈ। ਚੋਟ ਮਾਰੀ, ਵੱਲ ਵਿੰਗ ਜੋ ਕੱਢਣੇ ਹੋਏ, ਹੱਥ ਰੱਖ ਦਿੱਤਾ ਤਾਂ ਜੋ ਸੱਟ ਨਾ ਲੱਗੇ। ਫਿਰ ਲਹਿਣਾ ਜੀ ਬਣੇ ਗੁਰੂ ਅੰਗਦ ਦੇਵ ਜੀ ਤੇ ਪਰਖ ਕੀਤੀ ਗੁਰੂ ਅਮਰਦਾਸ ਜੀ ਦੀ। ਇਸ਼ਨਾਨ ਕਰਨ ਲਈ 12 ਸਾਲ ਪਾਣੀ ਲੈਣ ਭੇਜਦੇ ਰਹੇ ਬਿਆਸ ਦਰਿਆ ਤੋਂ। ਕੀ ਰਸਤੇ ਵਿੱਚ ਹੋਰ ਕੋਈ ਤਲਾਬ ਜਾਂ ਖੂਹ ਨਹੀਂ ਸੀ? ਪਰਖ ਜੋ ਕਰਨੀ ਸੀ, ਲੰਗਰ ਵਾਸਤੇ ਪਾਣੀ ਆਉਂਦਾ ਸੀ ਖਡੂਰ ਸਾਹਿਬ ਤੋਂ। ਜਿਉਂ ਹੀ ਬਾਬਾ ਜੀ ਨੇ ਬਹਾਲ ਦਾਸ ਜੀ ਦੀ ਪ੍ਰੀਖਿਆ ਸ਼ੁਰੂ ਕੀਤੀ, ਬਾਬਾ ਜੀ ਨੇ ਪੁੱਛਿਆ, ਬਹਾਲ ਦਾਸ ਜਾ ਕੇ ਕੀ ਕਰਦਾ ਹੁੰਦਾ ਹੈ? ਬਹਾਲ ਦਾਸ ਜੀ ਚੁੱਪ ਕਰ ਗਏ, ਕੁਝ ਨਾ ਬੋਲੇ। ਫਿਰ ਆਪ ਕਹਿਣ ਲੱਗੇ, ਵਿਹਲਾ ਨਾ ਰਿਹਾ ਕਰ, ਖੂਹ ਪੱਟਿਆ ਕਰ। ਬਹਾਲ ਦਾਸ ਜੀ ਨੇ 7 ਭਜਨ ਕੀਤਾ। ਰਾਤ ਨੂੰ ਜਦੋਂ ਘਰ ਜਾਂਦੇ ਖੂਹ ਪੁੱਟਣ ਲੱਗ ਜਾਂਦੇ। ਕਈ ਦਿਨ ਇਸ ਤਰ੍ਹਾਂ ਲੰਘ ਗਏ। ਫਿਰ ਵੀ ਬਾਬਾ ਜੀ ਨੇ ਬਚਨ ਕੀਤਾ, ਘਰ ਵਾਲਾ ਖੂਹ ਛੱਡ ਦੇ ਤੇ ਇੱਥੇ ਖੂਹ ਪੁੱਟ ਦੇ। ਸੇਵਕ ਨੇ ਫਿਰ 7 ਬਚਨ ਕਿਹਾ। ਹੁਕਮ ਅਨੁਸਾਰ ਘਰ ਤੋਂ ਪੌੜੀ ਚੁੱਕ ਲਿਆਏ ਤੇ ਨਿਸ਼ਾਨ ਲੈ ਕੇ ਖੂਹ ਪੁੱਟਣ ਲੱਗ ਪਏ। ਪਹਿਲਾਂ ਤਾਂ ਉਂਝ ਹੀ ਪੁੱਟਿਆ, ਜਦੋਂ ਡੂੰਘਾ ਹੋ ਗਿਆ ਤਾਂ ਪੌੜੀ ਨਾਲ ਮਿੱਟੀ ਬਾਹਰ ਕੱਢਣ ਲੱਗ ਪਏ। ਇਹ ਕੰਮ ਕਈ ਦਿਨ ਚੱਲਦਾ ਰਿਹਾ। ਹਰ ਵੇਲੇ ਇਸੇ ਸੇਵਾ ਦਾ ਖਿਆਲ ਰਹਿੰਦਾ, ਕਿਉਂਕਿ ਨਾ ਤਿਸ ਭੂਖ, ਨਾ ਨੀਂਦ, ਨਾ ਖਾਣਾ ਸੋਵਣਾ। ਕਈ ਦਿਨਾਂ ਬਾਅਦ ਬਾਬਾ ਜੀ ਨੇ ਵੇਖ ਕੇ ਕਿਹਾ, ਸ਼ੁੱਧ ਹੈ। ਹੁਣ ਅਸੀਂ ਇਸ ਵਿੱਚ ਦਿਨ ਵੇਲੇ ਰਹਿਣਾ ਹੈ, ਕਿਉਂਕਿ ਗਰਮੀ ਬਹੁਤ ਹੈ। ਫਿਰ ਆਪ ਕਦੀ ਦਿਨ ਵੇਲੇ, ਕਦੀ ਰਾਤ ਨੂੰ ਇਸ ਵਿੱਚ ਰਹਿੰਦੇ ਸਨ। ਇਸ ਤੋਂ ਉਪਰੰਤ ਬਾਬਾ ਜੀ ਨੇ ਹੁਕਮ ਲਾਇਆ, ਬਹਾਲ ਦਾਸ, ਇਸ ਵਾਰ ਜਦੋਂ ਕਣਕ ਦੀ ਫਸਲ ਕੱਟਣ ਤੋਂ ਪਿੱਛੇ ਜਿਹੜੀ ਬੱਲੀ ਸਿੱਟਾ ਟੁੱਟ ਕੇ ਡਿੱਗੇ, ਉਹ ਇਕੱਠੇ ਕਰਕੇ ਕਣਕ ਕੱਢਣੀ ਹੈ। ਉਸ ਦਾ ਆਟਾ ਬਣਾ ਕੇ ਖਾਵਾਂਗੇ। ਇਸ ਤਰ੍ਹਾਂ ਹੀ ਬਹਾਲ ਦਾਸ ਜੀ ਨੇ ਕੀਤਾ। ਕਣਕ ਦੇ ਸਿੱਟੇ ਇਕੱਠੇ ਕਰਕੇ ਕਣਕ ਕੱਢ ਲਈ। ਉਸ ਤੋਂ ਬਾਅਦ ਧੋਤੀ ਅਤੇ ਫਿਰ ਸੁਕਾ ਕੇ ਆਪਣੇ ਹੱਥਾਂ ਨਾਲ ਪੀਸ ਕੇ ਲਿਆਂਦੀ। ਪੁਰਾਣੇ ਤਰੀਕੇ ਵਾਂਗ ਪਰੌਂਠਾ ਤਿਆਰ ਕਰਨਾ, ਬਾਬਾ ਜੀ ਕੋਲ ਆ ਕੇ ਰੱਖ ਦੇਣਾ, ਆਪ ਪਿੱਛੇ ਹੋ ਕੇ ਬੈਠ ਜਾਣਾ। ਬਾਬਾ ਜੀ ਨੇ ਇੱਕ ਗਰਾਹੀ ਤੋੜ ਲੈਣੀ ਤੇ ਪਰੌਂਠੇ ਦੀ ਇੱਕ ਗਰਾਹੀ ਹੀ ਸੰਤ ਬਹਾਲ ਦਾਸ ਜੀ ਨੂੰ ਦੇਣੀ। ਬੁਰਕੀ ਤੋਂ ਬਾਅਦ ਕਹਿਣਾ, ਬਹਾਲ ਦਾਸ ਪਾਣੀ ਪੀ ਲੈ ਤੇ ਆਨੰਦ ਹੋ ਜਾ। 24 ਘੰਟੇ ਦੇ ਅੰਦਰ ਬਹਾਲ ਦਾਸ ਜੀ ਨੇ ਪਾਣੀ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ਹੱਥ ਨਾ ਲਾਉਣਾ, ਯਾਨੀ ਕੋਈ ਚੀਜ਼ ਨਾ ਖਾਣੀ। ਮਹਾਂਪੁਰਸ਼ਾਂ ਦੀ ਕਿਰਪਾ ਹੀ ਇਹੋ ਜਿਹੀ ਹੁੰਦੀ ਹੈ। ਜਿਵੇਂ ਭਾਈ ਨੰਦ ਲਾਲ ਦਾ ਕਥਨ ਹੈ, ਫਿਦਾ ਅਸਤ ਜਾਨੋ ਦਿਲ ਮਨ ਬਖਾਕ, ਮੁਕੱਦਸ ਪਾਕ। ਪਦ ਅਰਥ, ਹਰ ਆ ਸਕੇ ਕੀ ਬਸੂਏ ਤੇ ਰਹਿ ਨਮੂਦ ਮਰਾਂ। ਫਿਰ ਅਸਤ ਮਤਲਬ ਕੁਰਾਨ ਹੈ, ਬਖਾਕ ਯਾਨੀ ਧੂੜੀ ਤੋਂ, ਮਦਰਸ ਪਾਕ ਯਾਨੀ ਚਰਨ ਰੱਖਣ ਦੀ ਪਵਿੱਤਰ ਥਾਂ,
ਅਰਹਾ ਕਸੇ ਜਾਨੀ ਹਰੇ ਕੋਸ਼ ਪੁਰਸ ਤੋਂ ਕੀ ਬਸੂਏ ਤੋਂ ਜਾਨੀ ਤੇਰੀ ਦਿਸ਼ਾ ਵੱਲ ਨਮੂਦ ਜਾਨੀ ਵਿਖਾਵੇ ਜਾਂ ਦੱਸੇ ਸਰਾ ਜਾਨੀ ਮੈਨੂੰ ਤੇਰੇ ਰਾਹ ਜਾਨੀ ਰਸਤਾ ਵਿਖਾਉਂਦਾ ਹੈ ਧੂੜ ਤਨਾ ਕੀ ਚਰਨ ਉੱਪਰ ਤਨ ਮਨ ਭੇਟ ਚੜਾਇਆ ਆਪ ਗਵਾਇਆ ਜਿਹੜੇ ਸਤਿਗੁਰ ਪੂਰੇ ਨੇ ਤੁਧ ਵੱਲ ਮਾਰਗ ਪਾਇਆ ਦਰ ਦਿਖਲਾਇਆ। ਬਹਾਲ ਦਾਸ ਦੀ ਸੇਵਾ ਨੂੰ ਰੰਗ ਚੜ੍ਹਨ ਲੱਗ ਪਿਆ। ਮਨ ਨਾਮ ਰਾਮ ਵਿੱਚ ਰੰਗਿਆ ਗਿਆ। ਦੁਨੀਆ ਵਾਲੇ ਹੋਰ ਵੀ ਸੱਜਣ ਨਾਮ ਜਪਦੇ ਹਨ। ਉਹ ਮਨ ਵਿੱਚ ਕੋਈ ਨਾ ਕੋਈ ਪਦਾਰਥ ਦੀ ਕਾਮਨਾ ਰੱਖ ਕੇ ਜਪਦੇ ਹਨ। ਸਿਮਰਨ ਦੀ ਅਸਲ ਰਸ ਤਾਂ ਉਸ ਵੇਲੇ ਹੀ ਆਉਂਦੀ ਹੈ ਜਦੋਂ ਅੰਦਰ ਕੋਈ ਕਾਮਨਾ ਨਾ ਹੋਵੇ, ਸਗੋਂ ਉਸ ਨੂੰ ਮਿਲਣ ਦੀ ਹੀ ਤਮੰਨਾ ਹੋਵੇ। ਜਿਵੇਂ ਕਿ ਲੋਹੇ ਦੀ ਡੱਬੀ ਵਿੱਚ ਪਾਰਸ ਦੀ ਵੱਟੀ ਕਾਗਜ਼ ਵਿੱਚ ਲਪੇਟ ਕੇ ਰੱਖ ਦਈਏ, ਉਹ ਸੋਨਾ ਨਹੀਂ ਬਣੇਗੀ, ਕਿਉਂਕਿ ਉਸ ਦੇ ਵਿਚਾਲੇ ਕਾਗਜ਼ ਜੋ ਹੈ। ਇਸੇ ਤਰ੍ਹਾਂ ਦੁਨੀਆਦਾਰ ਤੇ ਪਰਮੇਸ਼ਰ ਦੇ ਵਿਚਾਲੇ ਦੁਨਿਆਵੀ ਪਦਾਰਥ ਹਨ। ਉਹ ਸੱਚੇ ਗੁਰੂ ਨੂੰ ਮਿਲਣ ਦੇ ਰਸਤੇ ਵਿੱਚ ਕਾਗਜ਼ ਦਾ ਕੰਮ ਕਰਦੇ ਹਨ। ਜਿਹੜੇ ਪੁਰਸ਼ ਦੇ ਵਿਚਾਲੇ ਇਹ ਕਾਗਜ਼ ਕੱਢ ਦਈਏ ਤਾਂ ਉਹ ਡੱਬੀ ਵੀ ਸੋਨਾ ਬਣ ਜਾਏਗੀ। ਸੋ ਇਸ ਤਰ੍ਹਾਂ ਜੋ ਵੀ ਪੁਰਸ਼ ਇਹ ਦੁਨਿਆਵੀ ਪਦਾਰਥਾਂ ਦੀ ਦੀਵਾਰ ਤੋੜ ਕੇ ਪਾਰਸ ਰੂਪੀ ਪਰਮੇਸ਼ਰ ਨਾਲ ਆਪਣਾ ਨਾਤਾ ਜੋੜਦਾ ਹੈ, ਉਸ ਨਾਲ ਲੱਗ ਕੇ ਸੋਨਾ ਬਣ ਜਾਂਦਾ ਹੈ। ਇਹੋ ਜਿਹੀ ਹਾਲਤ ਹੀ ਹੋ ਗਈ ਸੀ ਸੰਤ ਬਹਾਲ ਦਾਸ ਜੀ ਦੀ, ਜਿਨ੍ਹਾਂ ਨੇ ਬਾਬਾ ਜੀ ਸ੍ਰੀ ਮਹਾਹਰਨਾਮ ਜੀ ਮਹਾਰਾਜ ਦੀ ਸੇਵਾ ਕਮਾਈ ਕੀਤੀ ਸੀ। ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਪ੍ਰਾਪਤੀ ਤਾਂ ਹੀ ਹੁੰਦੀ ਹੈ ਜੇ ਬਾਬਾ ਜੀ ਵਰਗਾ ਮਹਾਂਪੁਰਖ ਹੋਵੇ ਤੇ ਸੇਵਾਦਾਰ ਹੋਵੇ ਸੰਤ ਬਹਾਲ ਦਾਸ ਜੀ ਵਰਗਾ। ਮੁਰਸ਼ਿਦ ਕਾਮਲ ਮੁਰਸ਼ਿਦ ਆਮਲ ਖੁਦਾ ਸ਼ਾਮਲ। ਪਰ ਇਹ ਪ੍ਰਾਪਤੀਆਂ ਉਸੇ ਪ੍ਰਾਣੀ ਨੂੰ ਹੁੰਦੀਆਂ ਹਨ ਜਿਸ ਉੱਪਰ ਪਰਮੇਸ਼ਰ ਆਪ ਕਿਰਪਾ ਕਰੇ। ਜਿਵੇਂ ਸਤਿਗੁਰਾਂ ਦਾ ਫਰਮਾਨ ਹੈ, ਕਹੋ ਨਾਨਕ ਤਿਸ ਭਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਸਰਬ ਰੋਗ ਕਾ ਔਖਦ ਨਾਮ। ਕਦੇ ਕਦੇ ਹੁਕਮ ਹੋਣਾ ਤਾਂ ਬਹਾਲ ਦਾਸ ਜੀ ਨੇ ਪਿੰਡ ਦੇ ਨੇੜੇ ਗੋਬਿੰਦਪੁਰੇ ਗਜਾ ਕਰਨ ਜਾਇਆ ਕਰਦੇ ਸਨ। ਇੱਕ ਦਿਨ ਹੁਕਮ ਅਨੁਸਾਰ ਗਜਾ ਕਰਨ ਗਏ। ਇੱਕ ਘਰ ਦੇ ਬੂਹੇ ਅੱਗੇ ਅਲਖ ਜਗਾਈ। ਘਰ ਵਾਲੇ ਨੇ ਬਹੁਤ ਉਦਾਸ ਬੈਠੇ ਸਨ। ਬਹਾਲ ਦਾਸ ਜੀ ਨੇ ਗਜਾ ਪਾਉਣ ਆਏ ਪ੍ਰੇਮੀ ਨੂੰ ਉਦਾਸੀ ਦਾ ਕਾਰਨ ਪੁੱਛਿਆ। ਉਸ ਨੇ ਉੱਤਰ ਦਿੱਤਾ ਕਿ ਸਾਡੇ ਘਰ ਲੜਕੇ ਨੂੰ ਚੇਚਕ ਨਿਕਲੀ ਹੈ, ਉਸ ਦੀ ਬਚ ਜਾਣ ਦੀ ਉਮੀਦ ਨਹੀਂ ਹੈ, ਇਸ ਕਰਕੇ ਸਾਰਾ ਟੱਬਰ ਨਿਰਾਸ਼ ਬੈਠਾ ਹੈ। ਉਹਨਾਂ ਬਹਾਲ ਦਾਸ ਜੀ ਨੂੰ ਸਾਧੂ ਸਮਝ ਕੇ ਬੇਨਤੀ ਕੀਤੀ, ਮਹਾਰਾਜ ਕੋਈ ਕਿਰਪਾ ਕਰੋ, ਕਿਉਂਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ। ਦੁਖੀ ਬੰਦੇ ਨੂੰ ਤਾਂ ਇਹ ਹੁੰਦਾ ਕਿ ਕਿਸੇ ਨੂੰ ਦੁੱਖ ਦੱਸਿਆਂ ਕੋਈ ਦਵਾਈ ਹੀ ਲੱਭ ਪਵੇ। ਜਾਨ ਬਚਾਉਣ ਲਈ ਮਨੁੱਖ ਹਰ ਤਰ੍ਹਾਂ ਦਾ ਹੱਥ ਪੈਰ ਮਾਰਦਾ ਹੈ। ਬਹਾਲ ਦਾਸ ਜੀ ਨੇ ਕਿਹਾ, ਮੇਰੇ ਗੁਰੂ ਰੂਮੀ ਬੈਠੇ ਹਨ, ਉਹਨਾਂ ਕੋਲੋਂ ਤੁਹਾਨੂੰ ਖੈਰ ਪੈ ਸਕਦੀ ਹੈ, ਮੇਰੇ ਕੋਲ ਤਾਂ ਕੁਛ ਨਹੀਂ। ਉਹ ਪੂਰਨ ਪਰਮੇਸ਼ਰ ਹਨ, ਜੋ ਚਾਹੁਣ ਕਰ ਸਕਦੇ ਹਨ। ਇਹ ਗੱਲ ਸੁਣ ਕੇ ਪ੍ਰੇਮੀ ਦੇ ਦਿਲ ਵਿੱਚ ਕੁਝ ਹੌਸਲਾ ਹੋਇਆ। ਬਹਾਲ ਦਾਸ ਜੀ ਵਾਪਸ ਰੂਮੀ ਆ ਗਏ। ਉਹਨਾਂ ਅਜੇ ਬਾਬਾ ਜੀ ਅੱਗੇ ਦੁੱਧ ਰੱਖਿਆ ਹੀ ਸੀ ਕਿ ਗੋਬਿੰਦਪੁਰੇ ਪਿੰਡ ਦਾ ਪ੍ਰੇਮੀ ਵੀ ਆ ਪਹੁੰਚਿਆ। ਬਾਬਾ ਜੀ ਨੂੰ ਬਹਾਲ ਦਾਸ ਜੀ ਨੇ ਸਭ ਕੁਝ ਦੱਸ ਦਿੱਤਾ ਸੀ। ਬਾਬਾ ਜੀ ਨੇ ਹੁਕਮ ਲਾਇਆ ਕਿ ਇਸ ਨੂੰ ਪਿੱਛੇ ਹੀ ਖੜਾ ਰਹਿਣ ਲਈ ਕਹਿ ਦੇਵੀਂ। ਬਹਾਲ ਦਾਸ ਜੀ ਨੇ ਉਸ ਨੂੰ ਰੋਕ ਦਿੱਤਾ ਅਤੇ ਪਿੱਛੇ ਬੈਠ ਜਾਣ ਦੀ ਤਾਕੀਦ ਕੀਤੀ। ਬਾਬਾ ਜੀ ਦੇ ਦੁੱਧ ਛਕਣ ਤੋਂ ਬਾਅਦ ਸੇਵਕ ਨੂੰ ਕਿਹਾ ਕਿ ਉਸ ਪ੍ਰੇਮੀ ਨੂੰ ਬੁਲਾ ਲਓ। ਬਾਬਾ ਜੀ ਮੁੱਖ 'ਤੇ ਕੱਪੜਾ ਰੱਖਦੇ ਸਨ। ਬਹਾਲ ਦਾਸ ਜੀ ਨੇ ਉਸ ਨੂੰ ਬੁਲਾ ਲਿਆ। ਉਸ ਪ੍ਰੇਮੀ ਨੇ ਨੇੜੇ ਆ ਕੇ ਨਮਸਕਾਰ ਕੀਤੀ ਤੇ ਭਰੇ ਹੋਏ ਗਲੇ ਨਾਲ
ਵਿਆਖਿਆ ਸੁਣਾਈ ਅਤੇ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਬਾਬਾ ਜੀ ਨੇ ਧੀਰਜ ਦਿੱਤਾ ਅਤੇ ਬਚਨ ਕੀਤਾ, ਨਿਰੰਕਾਰ ਦੇ ਹੁਕਮ ਤੋਂ ਬਿਨਾਂ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਤੂੰ ਕੋਈ ਚੀਜ਼ ਨਾਲ ਯਾਨੀ ਪ੍ਰਸਾਦ ਆਦਿ ਲੈ ਕੇ ਆਇਆ ਹੈ? ਨਹੀਂ ਜੀ, ਮੈਂ ਕਾਹਲੀ ਵਿੱਚ ਭੁੱਲ ਗਿਆ ਹਾਂ। ਬਚਨ ਹੋਇਆ, ਚੰਗਾ ਬੇਰੀ ਤੋਂ ਬੇਰ ਹੀ ਤੋੜ ਲਿਆਓ। ਉਸਨੇ ਖੜਾ ਹੋ ਕੇ ਬੇਰੀ ਦੇ ਬੇਰ ਤੋੜ ਲਏ। ਬਾਬਾ ਜੀ ਨੇ ਹੁਕਮ ਕੀਤਾ, ਬਹਾਲ ਦਾਸ 2 ਬੇਰ ਇਸ ਤੋਂ ਲੈ ਕੇ ਮੇਰੇ ਕੋਲ ਲਿਆ ਦੇ। ਬਹਾਲ ਦਾਸ ਜੀ ਨੇ 2 ਬੇਰ ਲਿਆ ਕੇ ਬਾਬਾ ਜੀ ਨੂੰ ਦਿੱਤੇ। ਬਾਬਾ ਜੀ ਨੇ ਬੇਰ ਹੱਥਾਂ ਵਿੱਚ ਘੁੱਟ ਕੇ 2 ਪੰਕਤੀਆਂ ਪੜ੍ਹੀਆਂ, ਨਾਰਾਇਣ ਕਤ ਹੋਏ ਜਮ ਭਾਗ ਭਲਾਇਣ। ਇਸ ਤਰ੍ਹਾਂ ਇਹ ਪੰਕਤੀਆਂ 3 ਵਾਰ ਪੜ੍ਹੀਆਂ ਅਤੇ ਜਦੋਂ ਬਾਬਾ ਜੀ ਨੇ ਹੱਥ ਖੋਲ੍ਹੇ ਤਾਂ ਬੇਰ ਟੁੱਟੇ ਹੋਏ ਸਨ। ਝੱਟ ਬਚਨ ਕੀਤਾ, ਵੇਖਿਆ ਦੰਦ ਭੰਨ ਕੇ ਪਿਛਾਂਹ ਮੋੜੀ ਹੈ। ਜਾ ਘਰ ਪਹੁੰਚ ਜਾ, ਹੁਣ ਬੱਚੇ ਨੂੰ ਆਰਾਮ ਹੈ। ਇਹ ਕੌਤਕ ਵੇਖ ਕੇ ਉਹ ਪ੍ਰੇਮੀ ਹੈਰਾਨ ਹੋ ਗਿਆ। ਸਤਿਵਚਨ ਕਹਿ ਕੇ ਨਮਸਕਾਰ ਕਰਕੇ ਘਰ ਨੂੰ ਤੁਰ ਪਿਆ। ਮਨ ਵਿੱਚ ਅਜੇ ਵੀ ਬੱਚੇ ਦਾ ਫਿਕਰ ਹੈ। ਮਹਾਂਪੁਰਖਾਂ ਦੀ ਲੀਲਾ ਦੇਖ ਕੇ ਵੀ ਆਦਮੀ ਦਾ ਮਨ ਨਹੀਂ ਟਿਕਦਾ। ਇਹ ਮਨ ਬੇਮੁਹਾਰਾ ਜੋ ਹੋਇਆ। ਘਰ ਪਹੁੰਚ ਕੇ ਦੇਖਿਆ ਤਾਂ ਸਾਰਾ ਪਰਿਵਾਰ ਖੁਸ਼ ਨਜ਼ਰ ਆ ਰਿਹਾ ਹੈ। ਮੁੰਡਾ ਤੰਦਰੁਸਤ ਹੋ ਕੇ ਖੇਡ ਰਿਹਾ ਸੀ। ਫਿਰ ਉਹ ਪ੍ਰੇਮੀ ਕਈ ਦਿਨਾਂ ਬਾਅਦ ਬਾਬਾ ਜੀ ਪਾਸ ਆਇਆ ਅਤੇ ਬੇਨਤੀ ਕੀਤੀ, ਮਹਾਰਾਜ ਕੋਈ ਪੁੰਨਦਾਨ ਤਾਂ ਨਹੀਂ ਕਰਨਾ, ਕਿਉਂਕਿ ਉਸ ਦਿਨ ਛੇਤੀ ਨਾਲ ਮੇਰੇ ਕੋਲੋਂ ਪੁੱਛਿਆ ਨਾ ਗਿਆ। ਬਾਬਾ ਜੀ ਕਹਿਣ ਲੱਗੇ, ਜੇ ਕਰ ਸਕਦਾ ਹੈ ਤਾਂ ਕਰ ਦੇ। ਜੈਸਾ ਬਿਤ ਤੈਸਾ ਹੋਏ, ਵਰਤੇ ਆਪਣਾ ਬਲ ਨਹੀਂ ਹਾਰੇ। ਪਰ ਜੇ ਘਰ ਵਿੱਚ ਇਤਨੀ ਪਹੁੰਚ ਨਹੀਂ ਤਾਂ ਨਾਮ ਜਪ ਲਿਆ ਕਰ, ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ ਕਰ। ਇਸ ਅੰਦਰ ਹੀ ਸਭ ਪੁੰਨਦਾਨ ਆ ਜਾਂਦੇ ਹਨ। ਪੁੰਨਦਾਨ ਜਪ ਤਪ ਜੇਤੇ, ਸਭ ਉੱਪਰ ਨਾਮ। ਇਸ ਤਰ੍ਹਾਂ ਇਸ ਪ੍ਰੇਮੀ ਨੂੰ ਸਭ ਭਰਮਾਂ ਭੁਲੇਖਿਆਂ ਵਿੱਚੋਂ ਬਾਬਾ ਜੀ ਨੇ ਕੱਢ ਦਿੱਤਾ ਅਤੇ ਨਾਲ ਹੀ ਨਾਮ ਜਪਣ ਲਾ ਦਿੱਤਾ। ਸੰਤ ਕਿਰਪਾ ਤੇ ਹਿਰਦੇ ਵਾਸੇ। ਪਰਮੇਸ਼ਰ ਦਾ ਨਾਮ ਸੁਣਨ ਕਰਕੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਜਿਵੇਂ ਵਜ਼ੀਰ ਖਾਂ ਦਾ ਦੁੱਖ ਦੂਰ ਹੋਇਆ ਸੀ। ਜਹਾਂਗੀਰ ਬਾਦਸ਼ਾਹ ਦਾ ਵਜ਼ੀਰ ਖਾਂ ਸੀ। ਉਸ ਨੂੰ ਪੇਟ ਦਾ ਜਲੋਦਰ ਹੋ ਗਿਆ ਸੀ, ਜਿਸ ਨੇ ਬੜੇ ਡਾਕਟਰ ਸੱਦੇ ਪਰ ਰੋਗ ਦੂਰ ਨਾ ਹੋਇਆ। ਇੱਕ ਦਿਨ ਪਿਛਲੀ ਰਾਤ ਅੱਖ ਖੁੱਲ੍ਹ ਗਈ। ਜਾਗਦੇ ਹੋਏ ਦੇ ਕੰਨਾਂ ਵਿੱਚ ਆਵਾਜ਼ ਪਈ। ਇਹ ਆਵਾਜ਼ ਇਵੇਂ ਸੀ ਜਿਵੇਂ ਕੋਈ ਸਿੱਖ ਸੁਖਮਨੀ ਸਾਹਿਬ ਪੜ੍ਹਦਾ ਜਾ ਰਿਹਾ ਸੀ। ਆਵਾਜ਼ ਪੈਣ ਦੀ ਦੇਰ ਸੀ। ਰੋਗੀ ਨੂੰ ਕੁਝ ਆਰਾਮ ਆਇਆ। ਫਿਰ ਜਦੋਂ ਵੀ ਉਹ ਸਿੱਖ ਬਾਣੀ ਪੜ੍ਹਦਾ ਲੰਘੇ, ਵਜ਼ੀਰ ਖਾਂ ਬੜੇ ਧਿਆਨ ਨਾਲ ਸੁਣਿਆ ਕਰੇ। ਰੋਜ਼ ਸੁਣਦਿਆਂ ਹੋਰ ਆਰਾਮ ਹੋ ਗਿਆ। ਇੱਕ ਦਿਨ ਇਸ ਨੇ ਸਿੱਖ ਨੂੰ ਆਪਣੇ ਘਰ ਬੁਲਾ ਲਿਆ ਅਤੇ ਬੜਾ ਸਤਿਕਾਰ ਕੀਤਾ। ਉਸ ਪਾਸੋਂ ਸੁਖਮਨੀ ਸਾਹਿਬ ਦਾ ਸਾਰਾ ਪਾਠ ਸੁਣਿਆ। ਪਾਠ ਸੁਣਦਿਆਂ ਮਾਮੂਲੀ ਰੋਗ ਬਾਕੀ ਰਹਿ ਗਿਆ। ਵਜ਼ੀਰ ਖਾਂ ਨੇ ਪੁੱਛਿਆ, ਇਹ ਕਿਸ ਦੀ ਕਲਾਮ ਹੈ? ਗੁਰਸਿੱਖ ਨੇ ਕਿਹਾ, ਇਹ ਬਾਣੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੈ, ਜੋ ਇਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਬਿਰਾਜਮਾਨ ਹਨ। ਵਜ਼ੀਰ ਖਾਂ ਨੇ ਕਿਹਾ, ਮੈਨੂੰ ਉਹਨਾਂ ਕੋਲ ਲੈ ਚੱਲ। ਵਜ਼ੀਰ ਖਾਂ ਨੂੰ ਲੈ ਕੇ ਸਿੱਖ ਅੰਮ੍ਰਿਤਸਰ ਪਹੁੰਚ ਗਿਆ। ਗੁਰੂ ਜੀ ਅੱਗੇ ਭੇਟਾ ਰੱਖ ਕੇ ਚਰਨਾਂ 'ਤੇ ਢਹਿ ਪਿਆ। ਉਸ ਵੇਲੇ ਗੁਰੂ ਸਾਹਿਬ ਕਾਰ ਸੇਵਾ ਕਰਵਾ ਰਹੇ ਸਨ। ਵਜ਼ੀਰ ਖਾਂ ਨੇ ਆਪਣੀ ਵਿਥਿਆ ਸੁਣਾ ਕੇ ਬੇਨਤੀ ਕੀਤੀ, ਮਹਾਰਾਜ ਆਪ ਦੀ ਮਿਹਰ ਸਦਕਾ ਸੁਖਮਨੀ ਸਾਹਿਬ ਦਾ ਪਾਠ ਸੁਣਨ ਨਾਲ ਮੇਰਾ ਰੋਗ ਦੂਰ ਹੋ ਗਿਆ ਹੈ, ਪਰ ਅਜੇ ਪੇਟ ਵਿੱਚ ਪਾਣੀ ਹੈ। ਡਰ ਹੈ ਕਿਧਰੇ ਫੇਰ ਨਾ ਪੀੜ ਹੋ ਜਾਵੇ, ਕਿਰਪਾ ਕਰੋ। ਗੁਰੂ ਸਾਹਿਬ ਨੇ ਉਸ ਨੂੰ ਬਾਬਾ ਬੁੱਢਾ ਜੀ ਕੋਲ ਭੇਜ ਦਿੱਤਾ। ਜਿਸ ਤਰ੍ਹਾਂ ਬਾਬਾ ਬੁੱਢਾ ਜੀ ਦੀ ਬੇਰੀ ਹੈ। ਜਿਸ ਵੇਲੇ ਵਜ਼ੀਰ ਖਾਂ ਆਇਆ, ਬਾਬਾ ਜੀ ਆਪ ਟੋਕਰਾ ਚੁੱਕ ਕੇ ਸੇਵਾ ਕਰ ਰਹੇ ਸਨ। ਜਦੋਂ ਇਹ ਨੇੜੇ ਹੋ ਕੇ ਬੇਨਤੀ ਕਰਨ ਲੱਗਾ,
ਬਾਬਾ ਜੀ ਨੇ ਕਿਹਾ, ਹਟ ਜਾ ਪਰੇ, ਸੇਵਾ ਕਰ ਲੈਣ ਦੇ। ਇਹ ਸੁਣ ਵਜ਼ੀਰ ਖਾਂ ਘਬਰਾਇਆ ਨਹੀਂ, ਉੱਥੇ ਹੀ ਸ਼ਰਧਾ ਧਾਰ ਕੇ ਖੜਾ ਰਿਹਾ। ਇਹ ਸ਼ਰਧਾ ਵੇਖ ਕੇ ਬਾਬਾ ਬੁੱਢਾ ਜੀ ਨੇ ਟੋਕਰੀ ਉਸ ਵੱਲ ਮਾਰੀ। ਟੋਕਰੀ ਉਸ ਦੇ ਪੇਟ 'ਤੇ ਵੱਜੀ। ਉਸ ਵੇਲੇ ਹੀ ਅਰੋਗ ਹੋ ਗਿਆ। ਇਸ ਪ੍ਰਕਾਰ ਨਾਮ ਸੁਣਨ ਨਾਲ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਜਿਵੇਂ ਸੰਤਾਂ ਪਾਸੋਂ ਨਾਮ ਸੁਣਨ ਨਾਲ ਅਜਾਮਲ ਪਾਪੀ ਦੇ ਪਾਪ ਨਸ਼ਟ ਹੋ ਗਏ ਸਨ, ਧਾੜਵੀ ਬਾਲਮੀਕ ਤੇ ਸਦਨੇ ਕਸਾਈ ਵਰਗੇ ਤਰ ਗਏ ਸਨ। ਸੋ ਨਾਮ ਹੀ ਸਭ ਦੁੱਖਾਂ ਦਾ ਦਾਰੂ ਹੈ। ਨਾਮ ਸੁਨਤ ਦਰਦ ਦੁਖ ਲਥਾ, ਸੁਣਿਆ ਦੁਖ ਪਾਪ ਕਾ ਨਾਸ, ਜੋ ਇਸੇ ਸੋਈ ਫਲ ਪਾਵੇ। ਮਹਾਂਪੁਰਖ ਜਿਸ ਸਮੇਂ ਆਨੰਦ ਹੋ ਜਾਣ, ਉਸ ਵੇਲੇ ਉਹਨਾਂ ਦੇ ਸਾਹਮਣੇ ਕੋਈ ਵੀ ਪ੍ਰਾਣੀ ਆ ਜਾਵੇ, ਉਸ ਦੀ ਮਨੋਕਾਮਨਾ ਪੂਰੀ ਕਰ ਦਿੰਦੇ ਸਨ। ਰਹਿਮਤ ਦੇ ਘਰ ਵਿੱਚ ਆਏ ਹੋਣ ਤਾਂ ਸਭ ਕਿਵੇਂ ਗਿਲੇ ਮਿਟਾ ਦਿੰਦੇ ਹਨ। ਲੋਹਾ ਖੇੜਾ ਪਿੰਡ ਦਾ ਵਾਸੀ, ਜਿਸ ਨੂੰ ਮੋਹਨ ਕਹਿੰਦੇ ਸਨ, ਉਹ ਅਖਾੜੇ ਲਾ ਕੇ ਗੀਤ ਗਾਇਆ ਕਰਦਾ ਸੀ। ਉਹਨਾਂ ਸਮਿਆਂ ਵਿੱਚ ਢੱਡ ਸਰੰਗੀ ਹੀ ਸੰਗੀਤ ਦਾ ਸਾਧਨ ਸੀ। ਅੱਜ ਕੱਲ੍ਹ ਤਾਂ ਕਈ ਤਰ੍ਹਾਂ ਦੇ ਸਾਜ਼ ਸੰਗੀਤ ਹੋਰ ਵੀ ਮਿੱਠਾ ਸੁਰੀਲਾ ਬਣਾਉਂਦੇ ਹਨ, ਪਰ ਉਸ ਵੇਲੇ ਦੇ ਲੋਕਾਂ ਦਾ ਹਰਮਨ ਪਿਆਰਾ ਸੰਗੀਤ ਢੱਡ ਸਰੰਗੀ ਹੀ ਸੀ ਤੇ ਗੀਤ ਹੀ ਹੁੰਦੇ ਸਨ। ਕਲੀਆਂ ਬੀਤ ਗਏ, ਆਸ਼ਕ ਦੀਆਂ ਵਾਰਾਂ ਵੀ ਗਾਈਆਂ ਜਾਂਦੀਆਂ ਸਨ। ਰਾਜੇ ਮਹਾਰਾਜੇ ਵੀ ਆਪਣੇ ਮਨੋਰੰਜਨ ਲਈ ਇਹ ਕਲੀਆਂ ਸੁਣਦੇ ਸਨ। ਢੱਡ ਨਾਲ ਗਾਉਣ ਵਾਲਾ ਮੋਦਨ ਇੱਕ ਦਿਨ ਬਾਬਾ ਜੀ ਦੇ ਦਰਸ਼ਨ ਕਰਨ ਰੂਮੀ ਆਇਆ। ਬਾਬਾ ਜੀ ਪਾਸ ਪਹੁੰਚ ਕੇ ਉਸਨੇ ਨਮਸਕਾਰ ਕੀਤੀ ਅਤੇ ਕੋਲ ਬੈਠ ਗਿਆ। ਬਾਬਾ ਜੀ ਨੇ ਆਪਣੀ ਮਰਿਆਦਾ ਅਨੁਸਾਰ ਉਸ ਦਾ ਨਾਮ, ਪਿੰਡ, ਗੋਤ, ਘਰ ਦੇ ਮੈਂਬਰਾਂ ਦੇ ਨਾਮ, ਕਬੀਲੇ ਦੇ ਨਾਮ, ਕੰਮ ਆਦਿਕ ਪੁੱਛਿਆ। ਬਾਬਾ ਜੀ ਹਰ ਨਵੇਂ ਆਉਣ ਵਾਲੇ ਪ੍ਰੇਮੀ ਨੂੰ ਉਸ ਦਾ ਨਾਮ, ਪਿੰਡ, ਗੋਤ, ਨਾਨਕੇ, ਭੂਆ, ਸਹੁਰੇ ਆਦਿ ਸਭ ਕੁਝ ਪੁੱਛਦੇ ਸਨ। ਉਸ ਨੇ ਉੱਤਰ ਵਿੱਚ ਸਭ ਕੁਝ ਦੱਸ ਦਿੱਤਾ ਅਤੇ ਆਪਣਾ ਕਿੱਤਾ ਗਾਉਣਾ ਵੀ ਦੱਸਿਆ। ਬਾਬਾ ਜੀ ਨੇ ਭਜਨ ਕੀਤਾ, ਸਾਨੂੰ ਵੀ ਕੁਝ ਸੁਣਾ ਦੇ। ਮੋਦਨ ਇੱਕ ਵਾਰੀ ਤਾਂ ਝਿਜਕ ਗਿਆ, ਕਿਉਂਕਿ ਉਹ ਸੋਚਦਾ ਸੀ ਜੋ ਉਹ ਗਾਉਂਦਾ ਹੈ ਬਾਬਾ ਜੀ ਸ਼ਾਇਦ ਸੁਣ ਕੇ ਨਾਰਾਜ਼ ਨਾ ਹੋ ਜਾਣ। ਬਾਬਾ ਜੀ ਉਸ ਦੇ ਅੰਦਰ ਦੀ ਗੱਲ ਬੁੱਝ ਕੇ ਕਹਿਣ ਲੱਗੇ, ਸ਼ਰਮਾ ਨਹੀਂ, ਜੋ ਤੈਨੂੰ ਆਉਂਦਾ ਹੈ ਉਹੀ ਸੁਣਾ ਦੇ। ਉਸ ਨੇ ਭਜਨ ਮੰਨ ਕੇ ਹੀਰ ਦੀ ਇੱਕ ਕਲੀ ਉੱਚੀ ਆਵਾਜ਼ ਵਿੱਚ ਸੁਣਾਈ। ਬਾਬਾ ਜੀ ਕਲੀ ਸੁਣ ਕੇ ਪ੍ਰਸੰਨ ਹੋਏ ਤੇ ਹੁਕਮ ਕੀਤਾ ਕਿ ਹੋਰ ਵੀ ਸੁਣਾ। ਉਸ ਨੇ ਹੋਰ ਸੁਣਾ ਦਿੱਤੀਆਂ। ਬਾਬਾ ਜੀ ਪੁੱਛਣ ਲੱਗੇ, ਕਿੰਨੀ ਕੁ ਆਮਦਨ ਹੋ ਜਾਂਦੀ ਹੈ ਗਾਉਣ ਵੇਲੇ? ਉਸ ਨੇ ਉੱਤਰ ਦਿੱਤਾ, ਮਹਾਰਾਜ, ਫਸਲ ਘੱਟ ਹੁੰਦੀ ਹੈ, ਕਾਲ ਪੈ ਜਾਂਦਾ ਹੈ, ਲੋਕਾਂ ਦੇ ਹੱਥ ਤੰਗ ਹੋਣ ਕਰਕੇ ਕੋਈ ਆਨਾ, ਕੋਈ 2 ਆਨੇ ਦੇ ਦਿੰਦਾ ਹੈ। ਜੇ ਕੋਈ ਸਰਦਾਰ ਆ ਜਾਵੇ ਤਾਂ 1 ਰੁਪਈਆ ਦੇ ਦਿੰਦਾ ਹੈ। ਆਮਦਨ ਤਾਂ ਰੋਟੀ ਜੋਗੀ ਹੁੰਦੀ ਹੈ। ਬਾਬਾ ਜੀ ਨੇ ਬਚਨ ਕੀਤਾ, ਗਾਉਣ ਵੇਲੇ ਮਸਤ ਹੋ ਕੇ ਗਾਇਆ ਕਰ, ਸੁਣਨ ਵਾਲੇ ਆਪਣੇ ਆਪ ਮਸਤ ਹੋ ਜਾਇਆ ਕਰਨਗੇ, ਫਿਰ ਤੇਰੇ ਕੋਲ ਕੋਈ ਕਮੀ ਨਹੀਂ ਰਹੇਗੀ। ਮਾਈਆਂ ਵੀ ਤੇਰੇ ਅੱਗੇ ਗਹਿਣੇ ਲਾ ਕੇ ਸੁੱਟ ਦਿਆ ਕਰਨਗੀਆਂ, ਪਰ 8 ਪਹਿਰਾਂ ਵਿੱਚ ਵਿਹਲੇ ਸਮੇਂ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਜਪ ਤਪ ਕਾ ਬੰਦ ਬੇੜੁੱਲਾ ਜਿਤ ਲੰਘੇ ਵੇਲਾ, ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ। ਇਹ ਭਜਨ ਸੁਣ ਕੇ ਉਸਨੇ 7 ਬਚਨ ਕਿਹਾ ਤੇ ਫਿਰ ਆਗਿਆ ਲੈ ਕੇ ਚਲਾ ਗਿਆ। ਬ੍ਰਿਧ ਸਰਦਾਰ ਸਰਵਣ ਸਿੰਘ ਪਿੰਡ ਭਾਂਗੀ ਬਾਂਦਰ ਵਾਲੇ ਦੱਸਦੇ ਹਨ ਕਿ ਇਹ ਬਚਨ ਸੱਚ ਹੋਇਆ। ਮੋਦਨ ਨੂੰ ਕੋਈ ਕਮੀ ਨਾ ਰਹੀ। ਲੋਕ ਬੜੇ ਪ੍ਰੇਮ ਨਾਲ ਉਸਦੇ ਗੀਤ ਸੁਣਦੇ ਸਨ। ਮਹਾਂਪੁਰਖਾਂ ਦਾ ਬਚਨ ਫਿਰ ਬੇਅਰਥ ਕਿਵੇਂ ਹੋ ਸਕਦਾ ਹੈ? ਇਸ ਤਰ੍ਹਾਂ ਬਾਬਾ ਜੀ ਨੇ ਮੋਦਨ ਨੂੰ ਰੋਜੀ ਤੋਂ ਬੇਫਿਕਰ ਕਰ ਦਿੱਤਾ। ਨਾਲ ਹੀ ਨਾਮ ਜਪਣ ਦੀ ਤਾਕੀਦ ਕਰ ਦਿੱਤੀ ਤਾਂ ਕਿ ਉਸ ਦਾ ਲੋਕ ਪਰਲੋਕ ਸੁਧਰ ਜਾਵੇ। ਪ੍ਰੀਤ ਹਰ ਕੇ ਨਾਮ ਕੀ, ਲੋਕ ਪਰਲੋਕ ਸਹਾਏ,
ਅਵਰ ਪ੍ਰੀਤਾਂ ਝੂਠੀਆਂ ਆਗੇ ਰਹਿਣ ਨਾ ਪਾਏ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।